70% ਐਸਿਡ ਅਟੈਕ ਵਿਕਟਿਮ ਜੋ ਵੂਮਨ ਹੀ ਹੁੰਦੀਆਂ ਨੇ। ਇੰਨੀ ਹੀ ਜ਼ਰੂਰਤ ਛਪਾਕ ਮੂਵੀ ਦੀ ਸੀ, ਉਸ ਤੋਂ ਜ਼ਿਆਦਾ ਇਸ ਕਿਤਾਬ ਦੀ ਸੀ ਸੋ ਦੈਟ ਕਿ ਲੋਕਾਂ ਨੂੰ ਪਤਾ ਚੱਲੇ ਕਿ ਇਹ ਪ੍ਰੋਬਲਮ ਹੈ। ਪਰ ਜਦੋਂ ਮੈਂ ਸੁਜੈਸ਼ਨ ਲਿਖ ਰਹੀ ਸੀ ਕਿ ਪੁਲਿਸ ਨੂੰ ਇਸ ਕੰਮ ਕਰਨਾ ਚਾਹੀਦਾ ਹੈ, ਜੁਡੀਸ਼ੀਅਲ ਆਫਿਸਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ, ਦੈਨ ਆਈ ਆਸਕਡ ਮਾਈਸੈਲਫ ਕਿ ਨਵਪ੍ਰੀਤ ਤੁਸੀਂ ਕੀ ਕਰੋਗੇ। ਸਾਡੀ ਸੁਸਾਇਟੀ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਪੈਟਰੀਆਰਕਲ ਸੁਸਾਇਟੀ। ਸਾਡੀ ਪੈਟਰੀਆਰਕਲ ਸੁਸਾਇਟੀ ਹੈ ਜਿਹੜੀ ਕਿ ਮੇਲ ਡੋਮੀਨੇਟਿੰਗ ਹੈ। ਅਗਰ ਮੈਂ ਕਹਾਂ ਕਿ ਇੱਕ ਛੋਟੀ ਬੱਚੀ ਜੋ 6 ਮਹੀਨੇ ਦੀ ਹੈ, ਜਿਹਨੇ ਕੋਈ ਐਦਾਂ ਦੀ ਡਰੈਸ ਨਹੀਂ ਪਾਈ, ਉਹ ਸੇਫ ਹੈ ਨਹੀਂ। ਨਨ ਦੇ ਨਾਲ ਵੀ ਰੇਪ ਹੋ ਰਿਹਾ ਹੈ, ਜੋ ਕਿ ਆਪਣਾ ਕਵਰ ਕਰਕੇ ਰੱਖਦੀ ਹੈ, ਜੋ ਮੇਕਅਪ ਨਹੀਂ ਕਰਕੇ ਰੱਖਦੀ, ਸਿੰਪਲ ਰਹਿੰਦੀ ਹੈ। ਆਦਮੀ ਦੀ ਸੋਚ ਹੈ ਜੋ ਤੇਜ਼ਾਬੀ ਹੋ ਜਾਂਦੀ ਹੈ। ਤੇਜ਼ਾਬੀ ਸੋਚ ਕਾਰਨ ਹੀ ਤੇਜ਼ਾਬ ਸੁੱਟ ਦਿੱਤਾ ਜਾਂਦਾ ਹੈ। ਤੇਜ਼ਾਬੀ ਸੋਚ ਕਾਰਨ ਹੀ ਰੇਪ ਵਰਗੇ ਇੱਕ ਵਾਇਲੈਂਸ ਕਮਿਟ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਸੋਨੂ ਜਾਂਸਲਾ। ਪ੍ਰਵਾਸੀ ਚੈਨਲ ਦੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅੱਜ ਕੱਲ੍ਹ ਸਮਾਜ ਦੇ ਵਿੱਚ ਮੁੰਡੇ ਕੁੜੀਆਂ ਨੂੰ ਇੱਕ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ। ਪਰ ਦੂਜੀ ਗੱਲ ਇੱਕ ਹੋਰ ਵੀ ਹੈ, ਜਿੱਥੇ ਕੁੜੀਆਂ ਨੂੰ ਕੁੱਖਾਂ ਵਿੱਚ ਮਾਰ ਦਿੱਤਾ ਜਾਂਦਾ ਹੈ, ਅਤੇ ਜਿੱਥੇ ਇੱਕ ਪਿਆਰ ਦੇ ਖਾਤਰ ਕਿਸੇ ਨੂੰ ਇੱਕ ਪਿਆਰ ਜਤਾਉਣ ਵਾਸਤੇ ਜਦ ਕੁੜੀ ਕੋਈ ਜਵਾਬ ਦੇ ਦਿੰਦੀ ਹੈ, ਤਾਂ ਉਸ ਨੂੰ ਐਸਿਡ ਦੇ ਨਾਲ, ਤੇਜ਼ਾਬ ਦੇ ਨਾਲ ਫੂਕ ਦਿੱਤਾ ਜਾਂਦਾ ਹੈ। ਅਤੇ ਜਦ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਦੀ ਹੈ, ਕਿੱਦਾਂ ਹੰਢਾਉਂਦੀ ਹੈ, ਇਹ ਦਰਦ ਇੱਕ ਕਿਤਾਬ ਦੇ ਵਿੱਚ ਡਾਕਟਰ ਨਵਪ੍ਰੀਤ ਕੌਰ ਜੀ ਨੇ ਲਿਖੀ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਮੈਮ ਸਤਿ ਸ਼੍ਰੀ ਅਕਾਲ ਜੀ। ਮੈਮ, ਜੋ ਤੁਸੀਂ ਇਹ ਕਿਤਾਬ ਲਿਖੀ ਹੈ, ਜੋ ਕੁੜੀਆਂ ਨੂੰ ਅੱਜ ਕੱਲ੍ਹ ਮੁੰਡੇ ਪਿਆਰ ਦੇ ਵਿੱਚ ਫੈਲ ਹੋ ਜਾਂਦੇ ਨੇ ਔਰ ਉਹਨਾਂ ਦੇ ਤੇਜ਼ਾਬ ਗੇਰ ਦਿੰਦੇ ਨੇ ਜਾਂ ਮਾਰ ਦਿੰਦੇ ਨੇ, ਇੱਦਾਂ ਦੀ ਤੁਸੀਂ ਕਿਤਾਬ ਲਿਖੀ, ਕੀ ਕਹਿਣਾ ਚਾਹੋਗੇ ਇਹਦੇ 'ਚ? ਦੇਖੋ, ਐਸਿਡ ਅਟੈਕ ਇੱਕ ਬਹੁਤ ਹੀ ਵਿਸ਼ੀਅਸ ਫਾਰਮ ਆਫ ਵਾਇਲੈਂਸ ਹੈ ਇੱਕ ਔਰਤ ਦੇ ਅਗੇਂਸਟ। ਜਿਵੇਂ ਕਿ ਤੁਸੀਂ ਟਾਈਟਲ ਪੜ੍ਹੋਗੇ, ਵੂਮਨ, ਐਸਿਡ ਅਟੈਕ ਔਨ ਵੂਮਨ ਦੇ ਬਾਰੇ ਵਿੱਚ ਮੈਂ ਕਿਉਂ ਲਿਖਿਆ, ਕਿਉਂਕਿ ਸਾਡੇ ਦੇਸ਼ ਵਿੱਚ ਜਿੰਨੇ ਵੀ ਐਸਿਡ ਅਟੈਕ ਵਿਕਟਿਮ ਹੈ, ਉਹਦੇ ਵਿੱਚ 70% ਐਸਿਡ ਅਟੈਕ ਵਿਕਟਿਮ ਜੋ ਵੂਮਨ ਹੀ ਹੁੰਦੀਆਂ ਨੇ। ਔਰ ਜ਼ਿਆਦਾਤਰ ਇਹਦੇ ਕਾਰਨ ਅਨਰਿਕੁਇਟਡ ਲਵ ਜਾਂ ਫਿਰ ਪੈਟਰੀਆਰਕਲ ਸੁਸਾਇਟੀ ਹੈ। ਇਸ ਟੌਪਿਕ ਦਾ ਸਾਡੀ ਸੁਸਾਇਟੀ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਸੀ। ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਹੈ, ਔਰ ਅਵੇਅਰਨੈਸ ਕ੍ਰੀਏਟ ਕਰਨ ਦੇ ਲਈ ਲੋਕਾਂ ਨੂੰ ਲੌਜ਼ ਦੇ ਬਾਰੇ ਪਤਾ ਚੱਲੇ। ਸਾਡੀ ਐਸਿਡ ਅਟੈਕ ਸਰਵਾਈਵਰ ਨੂੰ ਕੀ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਹੈ ਐਸਿਡ ਅਟੈਕ ਤੋਂ ਬਾਅਦ, ਕੀ ਕਾਰਨ ਨੇ, ਸਾਡੇ ਦੇਸ਼ ਵਿੱਚ ਕਿਹੜੀਆਂ ਪੋਲਿਸੀਜ਼ ਨੇ, ਕੀ ਲੀਗਲ ਫਰੇਮਵਰਕ ਹੈ ਜਾਂ ਦੂਸਰੇ ਦੇਸ਼ਾਂ ਵਿੱਚ ਕੀ ਲੀਗਲ ਫਰੇਮਵਰਕ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਇੱਕ ਕਿਤਾਬ ਦੇ ਵਿੱਚ ਮੈਂਸ਼ਨ ਕੀਤਾ। ਮੈਮ, ਜਿਵੇਂ ਕਿ ਦੇਖਿਆ ਜਾਂਦਾ ਹੈ ਕਿ ਫਿਲਮਾਂ ਵੀ ਬਣਦੀਆਂ ਨੇ, ਤੁਹਾਨੂੰ ਕੀ ਲੱਗਦਾ ਇਸ 'ਤੇ ਜੋ ਐਸਿਡ 'ਤੇ ਲਕਸ਼ਮੀ ਅਗਰਵਾਲ ਜੀ 'ਤੇ ਫਿਲਮ ਵੀ ਬਣੀ ਸੀ, ਫਿਰ ਵੀ ਕੋਈ ਉਹ ਨਹੀਂ ਨਿਕਲਿਆ? ਤੁਹਾਡੇ ਕਿਤਾਬ ਲਿਖਣ ਨਾਲ ਤੁਹਾਨੂੰ ਲੱਗਦਾ ਕਿ ਸਮਾਜ 'ਤੇ ਅਸਰ ਪਵੇਗਾ? ਜੀ ਬਿਲਕੁਲ। ਅਗਰ ਇਹ ਜੋ ਕਿਤਾਬ ਹੈ ਸਾਡੇ ਪੋਲਿਸੀ ਮੇਕਰਸ ਪੜ੍ਹਦੇ ਨੇ, ਇਹ ਕਿਤਾਬ ਸਿਲੇਬਸ ਦੇ ਵਿੱਚ ਪ੍ਰਿਸਕ੍ਰਾਈਬ ਹੁੰਦੇ ਹੈ ਜਾਂ ਲੋਕਾਂ ਤੱਕ ਪਹੁੰਚਦੀ ਹੈ, ਤਾਂ ਲੋਕਾਂ ਨੂੰ ਇਸ ਕਿਤਾਬ ਪੜ੍ਹਨ ਤੋਂ ਬਾਅਦ ਜ਼ਰੂਰ ਚੇਂਜ ਆਏਗੀ। ਕਿਉਂਕਿ ਮੈਂ ਇਹਦੇ ਵਿੱਚ ਐਸਿਡ ਅਟੈਕ ਵਿਕਟਿਮਸ ਦਾ ਦਰਦ ਦਰਸਾਇਆ ਹੈ, ਔਰ ਮੈਨੂੰ ਜਿਸ ਤਰੀਕੇ ਨਾਲ ਮੈਂ ਇਸ ਦਰਦ ਨੂੰ ਸਮਝਿਆ ਰਿਸਰਚ ਕਰਦੇ ਹੋਏ, ਮੈਨੂੰ ਇਹ ਉਮੀਦ ਹੈ ਕਿ ਮੀਡੀਆ ਲੋਕਾਂ ਤੱਕ ਇਸ ਬੁੱਕ ਨੂੰ ਪਹੁੰਚਾ ਕੇ ਲੋਕਾਂ ਨੂੰ ਐਸਿਡ ਅਟੈਕ ਵਿਕਟਿਮਸ ਦੇ ਦਰਦ ਤੱਕ ਪਹੁੰਚਾਏਗੀ, ਔਰ ਉਹਨਾਂ ਨੂੰ ਸਮਝਣ ਦਾ ਇੱਕ ਮੌਕਾ ਦੇਗੀ, ਔਰ ਲੋਕ ਅਵੇਅਰ ਹੋਣਗੇ। ਔਰ ਜਿੰਨੀ ਹੀ ਜ਼ਰੂਰਤ ਛਪਾਕ ਮੂਵੀ ਦੀ ਸੀ, ਉਸ ਤੋਂ ਜ਼ਿਆਦਾ ਇਸ ਕਿਤਾਬ ਦੀ ਸੀ, ਸੋ ਦੈਟ ਕਿ ਲੋਕਾਂ ਨੂੰ ਪਤਾ ਚੱਲੇ ਕਿ ਇਹ ਪ੍ਰੋਬਲਮ ਹੈ। ਮੈਮ, ਜਿਵੇਂ ਕਿ ਤੁਸੀਂ ਬੁੱਕ ਲਿਖੀ ਹੈ, ਇਹਦੇ 'ਚ ਬਹੁਤ ਤੁਸੀਂ ਦਰਦ ਲਿਖੇ ਹੋਣੇ, ਤੁਹਾਨੂੰ ਕੀ ਲੱਗੇ, ਤੁਹਾਨੂੰ ਕਿੰਨਾ ਕੁ ਮੁਸੀਬਤਾਂ ਦਾ ਸਾਹਮਣਾ ਕਰਿਆ, ਤੁਸੀਂ ਕਿੰਨਾ ਕੁ ਦਰਦ ਨੂੰ ਆਪਣੇ ਅੰਦਰ ਫੀਲ ਕਰਕੇ ਕਿਤਾਬ ਲਿਖੀ ਹੈ, ਤੁਹਾਨੂੰ ਕਿੱਦਾਂ ਕੁ? ਦੇਖੋ, ਇਹ ਇਹੋ ਜਿਹਾ ਟੌਪਿਕ ਸੀ ਮੇਰੇ ਲਈ ਜਿਸ ਨੇ ਮੇਰੀ ਲਾਈਫ ਚੇਂਜ ਕੀਤੀ। ਆਈ ਵਾਜ਼ ਅ ਨੋਰਮਲ ਹਿਊਮਨ ਬੀਇੰਗ। ਇੱਕ ਵੂਮਨ ਰਾਈਟਸ ਐਕਟਿਵਿਸਟ ਤਾਂ ਮੈਂ ਨਹੀਂ ਸੀ, ਇੱਕ ਐਡਵੋਕੇਟ ਸੀ, ਜੋ ਕਿ ਹੁਣ ਇੱਕ ਵੂਮਨ ਰਾਈਟਸ ਐਕਟਿਵਿਸਟ, ਇੱਕ ਸੋਸ਼ਲ ਵਰਕਰ ਬਣ ਗਈ। ਜਦੋਂ ਮੈਂ ਐਸਿਡ ਅਟੈਕ ਵਿਕਟਿਮਸ ਦੀ ਇੰਟਰਵਿਊ ਲਈ, ਮੈਂ ਸਹੀ ਦੱਸਾਂ ਤਾਂ ਮੈਂ ਬਹੁਤ ਸਮੇਂ ਤੱਕ ਅੱਛੀ ਤਰ੍ਹਾਂ ਸੋ ਨਹੀਂ ਪਾਈ। ਔਰ ਜਦੋਂ ਮੈਂ ਸੁਜੈਸ਼ਨ ਲਿਖ ਰਹੀ ਸੀ ਕਿ ਪੁਲਿਸ ਨੂੰ ਇਸ ਕੰਮ ਕਰਨਾ ਚਾਹੀਦਾ ਹੈ, ਜੁਡੀਸ਼ੀਅਲ ਆਫਿਸਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ, ਦੈਨ ਆਈ ਆਸਕਡ ਮਾਈਸੈਲਫ ਕਿ ਨਵਪ੍ਰੀਤ ਤੁਸੀਂ ਕੀ ਕਰੋਗੇ। ਇਸ ਲਈ ਮੈਂ ਲਕਸ਼ਮੀ ਦੇ ਨਾਲ ਮਿਲ ਕੇ ਇੱਕ ਅਵੇਅਰਨੈਸ ਕੈਂਪੇਨ ਸਟਾਰਟ ਕੀਤਾ, ਸਟਾਪ ਸੇਲ ਐਸਿਡ, ਔਰ ਦ ਲਕਸ਼ਮੀ ਫਾਊਂਡੇਸ਼ਨ NGO ਬਣਾਈ ਐਸਿਡ ਅਟੈਕ ਸਰਵਾਈਵਰਸ ਦੇ ਲਈ, ਉਹਨਾਂ ਨੂੰ ਹੈਲਪ ਕਰਨ ਲਈ, ਰੀਹੈਬਲੀਟੇਟ ਕਰਨ ਦੇ ਲਈ, ਤਾਂ ਕਿ ਉਹ ਅੱਗੇ ਆਪਣੀ ਲਾਈਫ ਨੂੰ ਵੱਧ ਕੇ ਜੀ ਸਕਣ। ਮੈਮ, ਤੁਹਾਨੂੰ ਕੀ ਲੱਗਦਾ ਕਿ ਜਿਵੇਂ ਪਿਆਰ ਨਾਕਾਮ ਹੋ ਜਾਂਦਾ ਹੈ, ਉਸ ਤੋਂ ਬਾਅਦ ਜੋ ਮਨ ਚਲੇ ਆਸ਼ਿਕ ਨੇ ਇੱਦਾਂ ਦੇ ਕੰਮ ਕਰਦੇ, ਇਸ ਦੀ ਵਜ੍ਹਾ ਕੁਝ ਹੋਰ ਵੀ ਹੋ ਸਕਦੀ ਹੈ ਕੁੜੀਆਂ ਨੂੰ ਕਰਨ ਦੀ?
ਦੇਖੋ ਸਾਡੀ ਸੁਸਾਇਟੀ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਪੈਟਰੀਆਰਕਲ ਸੁਸਾਇਟੀ। ਸਾਡੀ ਪੈਟਰੀਆਰਕਲ ਸੁਸਾਇਟੀ ਹੈ ਜਿਹੜੀ ਕਿ ਮੇਲ ਡੋਮੀਨੇਟਿੰਗ ਹੈ। ਬਚਪਨ ਤੋਂ ਹੀ ਇਹ ਦੱਸਿਆ ਜਾਂਦਾ ਹੈ ਕਿ ਲੜਕੀ ਜੋ ਇਨਫੀਰੀਅਰ ਹੈ, ਲੜਕਾ ਸੁਪੀਰੀਅਰ ਹੈ। ਜਦੋਂ ਬੱਚੇ ਦੇ ਪੈਦਾ ਹੋਣ 'ਤੇ ਖੁਸ਼ੀ ਔਰ ਗਮ ਵੰਡ ਦਿੱਤੇ ਗਏ। ਲੜਕਾ ਪੈਦਾ ਹੋਇਆ ਤਾਂ ਖੁਸ਼ੀ ਹੈ, ਲੜਕੀ ਪੈਦਾ ਹੋਈ ਤਾਂ ਗਮ ਹੈ। ਅਤੇ ਉਹੋ ਜਿਹੀ ਸੁਸਾਇਟੀ ਤਾਂ ਪ੍ਰੋਬਲਮੈਟਿਕ ਰਹੇਗੀ। ਲੜਕੇ ਨੂੰ ਹਮੇਸ਼ਾ ਉਹਦੀ ਡਿਮਾਂਡ ਵਾਲੀ ਚੀਜ਼ ਮਿਲਦੀ ਹੈ। ਹਮੇਸ਼ਾ ਤੋਂ ਬਚਪਨ ਦੇ ਵਿੱਚ ਫ਼ਰਕ ਰੱਖਿਆ ਜਾਂਦਾ ਹੈ ਕੁੜੀ ਔਰ ਮੁੰਡੇ ਦੇ ਵਿੱਚ, ਹਰ ਇੱਕ ਪਰਿਵਾਰ ਦੇ ਵਿੱਚ। ਔਰ ਜਦੋਂ ਵੱਡਾ ਹੋ ਕੇ ਲੜਕਾ ਕਿਸੇ ਲੜਕੀ ਤੋਂ ਨਾ ਸੁਣਦਾ ਹੈ, ਉਹ ਸੋਚਦਾ ਹੈ ਇਹਦੀ ਹਿੰਮਤ ਕਿਵੇਂ ਹੋਈ ਮੈਨੂੰ ਨਾ ਕਰਨ ਦੀ। ਤਾਂ ਉਹਦੀ ਲਾਈਫ ਨੂੰ, ਉਹਨੂੰ ਮਾਰਨਾ ਨਹੀਂ ਚਾਹੁੰਦਾ, ਉਹਦੀ ਲਾਈਫ ਨੂੰ ਸਪੋਇਲ ਕਰਨ ਲਈ, ਉਹਨੂੰ ਇਹ ਦੱਸਣ ਲਈ ਕਿ ਮੈਂ ਇੱਕ ਮਰਦ ਹਾਂ, ਇਹ ਇੱਕ ਪੈਟਰੀਆਰਕਲ ਸੁਸਾਇਟੀ ਹੈ, ਔਰ ਉਹ ਐਸਿਡ ਅਟੈਕ ਕਰਦੇ ਹਨ। ਸਭ ਤੋਂ ਵੱਡਾ ਕਾਰਨ ਮੇਰੇ ਖਿਆਲ ਨਾਲ ਇੱਕ ਪੈਟਰੀਆਰਕਲ ਸੁਸਾਇਟੀ ਹੀ। ਮੈਮ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਨੂੰ ਨਿਕਲਣਾ ਸੜਕੋਂ ਵੀ ਬਾਹਰ ਬਹੁਤ ਉਹ ਲੱਗਦਾ ਹੈ, ਯਾਨੀ ਕੁੜੀਆਂ ਕਿੱਥੇ ਸੇਫ ਜ਼ਿਆਦਾ ਰਹਿੰਦੇ। ਤੁਸੀਂ ਆਪਣੀ ਕਿਤਾਬ ਦੇ ਵਿੱਚ ਕੀ ਦਰਸਾਇਆ ਗਿਆ ਜ਼ਿਆਦਾ ਕਿ ਕੁੜੀਆਂ ਨੂੰ ਕਿ ਕਿੱਦਾਂ ਸੇਫ ਰੱਖੀਦਾ ਹੁੰਦਾ? ਦੇਖੋ ਇਸ ਟਾਈਮ 'ਤੇ ਸਾਡੀ ਸੁਸਾਇਟੀ ਵਿੱਚ ਹਰ ਕੁੜੀ ਆਪਣੀ ਕਿਸਮਤ ਦੇ ਨਾਲ ਸੇਫ ਹੈ। ਅਗਰ ਮੈਂ ਕਹਾਂ ਕਿ ਇੱਕ ਛੋਟੀ ਬੱਚੀ ਜੋ 6 ਮਹੀਨੇ ਦੀ ਹੈ, ਜਿਹਨੇ ਕੋਈ ਇੱਦਾਂ ਦੀ ਡਰੈਸ ਨਹੀਂ ਪਾਈ, ਉਹ ਸੇਫ ਹੈ? ਨਹੀਂ, ਕੋਈ ਵੀ ਸੇਫ ਨਹੀਂ ਹੈ। ਅਗਰ ਉਹਦੀ ਕਿਸਮਤ ਅੱਛੀ ਹੈ ਸਾਡੀ ਸੁਸਾਇਟੀ ਦੇ ਵਿੱਚ, ਤਾਂ ਉਹ ਸੇਫਲੀ ਇੱਕ ਜ਼ਿੰਦਗੀ ਬਿਤਾ ਪਾਏਗੀ। ਪਰ ਅਦਰਵਾਈਜ਼ ਤਾਂ ਬਹੁਤ ਮੁਸ਼ਕਿਲ ਹੈ ਸੁਸਾਇਟੀ ਦੇ ਵਿੱਚ ਲੜਕੀਆਂ ਨੂੰ ਸੇਫ ਰੱਖਣਾ। ਪਰ ਮੈਂ ਇਸ ਕਿਤਾਬ ਦੇ ਵਿੱਚ ਲੜਕੀਆਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਨਹੀਂ, ਤੁਹਾਡੇ ਨਾਲ ਅਗਰ ਕੋਈ ਗਲਤ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਆਵਾਜ਼ ਉਠਾਉਣਾ ਬਹੁਤ ਜ਼ਰੂਰੀ ਹੈ। 2013 ਤੋਂ ਪਹਿਲਾਂ ਦੇਖੋ ਕੋਈ ਵੀ ਐਸਿਡ ਅਟੈਕ ਸਰਵਾਈਵਰ ਸਾਹਮਣੇ ਨਹੀਂ ਆਉਂਦੀ ਸੀ, ਇੱਕ ਪਰਦਾ ਕਰਕੇ ਰੱਖਦੀ ਸੀ। ਪਰ ਸਮਹਾਉ ਮੈਂ ਕਹੂੰਗੀ ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਸੋਸ਼ਲ ਵਰਕਰਸ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਸੁਸਾਇਟੀ ਦੇ ਸਾਹਮਣੇ ਲਿਆਂਦਾ। ਔਰ ਅਗਰ ਲੜਕੀ ਆਪਣੇ ਲਈ ਸਟੈਂਡ ਲੈਂਦੀ ਹੈ, ਆਪਣੇ ਰਾਈਟਸ ਨੂੰ ਸਮਝਦੀ ਹੈ, ਤਾਂ ਕੋਈ ਵੀ ਉਹਦੇ ਨਾਲ ਗਲਤ ਨਹੀਂ ਕਰ ਪਾਏਗਾ। ਮੈਮ ਤੁਹਾਨੂੰ ਕੀ ਲੱਗਦਾ ਕਿ ਇੱਦਾਂ ਦੇ ਇਹ ਹੋਣ ਨਾਲ, ਵਾਕਿਆ ਹੋਣ ਨਾਲ, ਕਿ ਤੁਹਾਨੂੰ ਕੀ ਲੱਗਦਾ ਕਿ ਕੱਪੜਿਆਂ 'ਤੇ ਵੀ ਅਸਰ ਕਰਦਾ, ਜਿੱਦਾਂ ਕਿ ਕੁੜੀਆਂ ਦੇ ਪਹਿਰਾਵੇ ਹੁੰਦੇ ਨੇ ਕਿ ਕੁਝ ਮੁੰਡਿਆਂ ਦੀ ਸੋਚ ਗਲਤ ਹੁੰਦੀ ਹੈ, ਉਹ ਪਹਿਰਾਵਿਆਂ ਨੂੰ ਦੇਖ ਕੇ ਕੁਝ ਉਹ ਜੱਜਮੈਂਟ ਲਾ ਕੇ ਇੱਦਾਂ ਦੇ ਸਟੈਪ ਚੱਕਦੇ ਨੇ। ਤੁਹਾਨੂੰ ਕੀ ਲੱਗਦਾ ਕਿ ਪਹਿਰਾਵੇ 'ਚ ਵੀ ਕੋਈ ਇੱਦਾਂ ਦਾ ਹੋ ਸਕਦਾ? ਦੇਖੋ ਪਹਿਰਾਵੇ ਦੀ ਗੱਲ ਕੋਈ ਨਹੀਂ ਹੈ, ਗੱਲ ਹੈ ਸੋਚ ਦੀ। ਤੁਸੀਂ ਲੜਕੀ ਨੂੰ ਕਿਵੇਂ ਦੇਖਦੇ ਹੋ? ਜਿਵੇਂ ਕਿ ਮੈਂ ਕਿਹਾ 6 ਮਹੀਨੇ ਦੀ ਬੱਚੀ ਦੇ ਨਾਲ ਵੀ ਰੇਪ ਹੋ ਰਿਹਾ ਹੈ, ਇੱਕ ਨਨ ਦੇ ਨਾਲ ਵੀ ਰੇਪ ਹੋ ਰਿਹਾ ਹੈ ਜੋ ਕਿ ਆਪਣਾ ਕਵਰ ਕਰਕੇ ਰੱਖਦੀ ਹੈ, ਜੋ ਮੇਕਅਪ ਨਹੀਂ ਕਰਕੇ ਰੱਖਦੀ, ਸਿੰਪਲ ਰਹਿੰਦੀ ਹੈ। ਜੀਨਸ ਪਾਉਣ ਵਾਲੀ ਦੇ ਨਾਲ ਵੀ ਰੇਪ ਹੋ ਰਿਹਾ। ਇਹ ਸਿਰਫ ਆਦਮੀ ਦੀ ਸੋਚ ਹੈ ਜੋ ਤੇਜ਼ਾਬੀ ਹੋ ਜਾਂਦੀ ਹੈ। ਤੇਜ਼ਾਬੀ ਸੋਚ ਕਾਰਨ ਹੀ ਤੇਜ਼ਾਬ ਸੁੱਟ ਦਿੱਤਾ ਜਾਂਦਾ ਹੈ, ਤੇਜ਼ਾਬੀ ਸੋਚ ਕਾਰਨ ਹੀ ਰੇਪ ਵਰਗੇ ਇੱਕ ਵਾਇਲੈਂਸ ਕਮਿਟ ਹੁੰਦੀ ਹੈ। ਕੱਪੜਿਆਂ ਦਾ ਇਹਦੇ ਵਿੱਚ ਮੇਰੇ ਖਿਆਲ ਨਾਲ ਕੋਈ ਰੋਲ ਨਹੀਂ ਹੈ। ਸਾਡੀ ਸੁਸਾਇਟੀ ਇੱਕ ਫ੍ਰੀ ਸੁਸਾਇਟੀ ਹੈ ਜਿੱਥੇ ਇਨਸਾਨ ਕਿਸੇ ਵੀ ਤਰ੍ਹਾਂ ਦਾ ਕੱਪੜੇ ਪਾ ਸਕਦਾ ਹੈ। ਇਹ ਸਿਰਫ ਇੱਕ ਸੋਚ ਹੈ, ਮਾਈਂਡ ਸੈੱਟ ਹੈ ਜੋ ਕਿ ਬਦਲਣ ਦੀ ਜ਼ਰੂਰਤ ਹੈ। ਮੈਮ ਜਿਵੇਂ ਕਿ ਦੇਖਿਆ ਜਾਂਦਾ, ਤੁਸੀਂ ਤੇਜ਼ਾਬ ਦੀ ਆਪਾਂ ਗੱਲ ਕਰਦੇ ਹਾਂ ਕਿ ਜੋ ਆਮ ਵਿਕਦਾ, ਇਸ ਨੂੰ ਆਪਾਂ ਕਿਸ ਨੂੰ ਜ਼ਿੰਮੇਦਾਰ ਠਹਿਰਾਇਆ, ਸਮਾਜ ਨੂੰ ਜਾਂ ਜੋ ਲੜਕੇ ਨੇ ਉਹਨਾਂ ਨੂੰ ਜਾਂ ਸਰਕਾਰਾਂ ਨੂੰ ਜੋ ਤੇਜ਼ਾਬ ਸ਼ਰੇਆਮ ਵੇਚ ਰਹੀਆਂ ਨੇ? ਦੇਖੋ ਜੋ ਐਸਿਡ ਹੈ, ਸਭ ਤੋਂ ਪਹਿਲਾਂ ਤਾਂ ਐਸਿਡ ਰੈਗੂਲੇਟਡ ਹੈ। ਇਹਦੀ ਵਿਕਰੀ ਫ੍ਰੀ 'ਚ ਨਹੀਂ ਹੋ ਸਕਦੀ, ਫ੍ਰੀ ਸੇਲ ਨਹੀਂ ਹੋ ਸਕਦੀ ਕਿ ਕਿਤੇ ਵੀ ਤੁਸੀਂ ਕਿਸੇ ਵੀ ਦੁਕਾਨ 'ਤੇ ਰੱਖ ਕੇ ਵੇਚ ਸਕੋ। ਪਰ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਹੈ। ਸਾਡੀ ਪੋਲਿਸੀ ਮੇਕਰਸ ਨੇ, ਸਾਡੀ ਸੁਪਰੀਮ ਕੋਰਟ ਨੇ ਇਹ ਗਾਈਡਲਾਈਨਸ ਤਾਂ ਦੇ ਦਿੱਤੀਆਂ, ਬਟ ਕਿਸੇ ਵੀ ਗਾਈਡਲਾਈਨ ਨੂੰ, ਕਿਸੇ ਵੀ ਲਾਅ ਨੂੰ ਇੰਪਲੀਮੈਂਟ ਕਰਨ ਦੇ ਲਈ ਉਹਦੀ ਅਵੇਅਰਨੈਸ ਕਰਨਾ ਬਹੁਤ ਜ਼ਰੂਰੀ ਹੈ। ਔਰ ਜਿਹੜੇ ਉਸ ਚੀਜ਼ ਦੇ ਲਈ ਜ਼ਿੰਮੇਦਾਰ ਨੇ ਕਿ ਅਸੀਂ ਇਸ ਲਾਅ ਨੂੰ ਇੰਪਲੀਮੈਂਟ ਕਰਨਾ ਹੈ, ਜਿਵੇਂ ਕਿ ਪੁਲਿਸ ਅਫੀਸ਼ੀਅਲ ਹੋ ਗਏ ਜਾਂ SGM ਹੋ ਗਏ, ਉਹ ਆਪਣੀ ਡਿਊਟੀ ਅਗਰ ਪੂਰੀ ਤਰ੍ਹਾਂ ਨਿਭਾਉਣਗੇ ਔਰ ਆਮ ਇਨਸਾਨ ਵੀ ਆਪਣੇ ਆਪ ਨੂੰ ਅਵੇਅਰ ਰੱਖੇਗਾ, ਐਕਟਿਵ ਰੱਖੇਗਾ, ਅੱਛੀ ਸੋਚ ਰੱਖੇਗਾ, ਤਾਂ ਇਹੋ ਜਿਹੀ ਚੀਜ਼ਾਂ ਸੇਲ ਹੋ ਹੀ ਨਹੀਂ ਸਕਣਗੀਆਂ। ਮੈਮ ਲਾਸਟ ਸਵਾਲ ਲਵਾਂਗੇ ਕਿ ਤੁਸੀਂ ਸੰਸਥਾ ਨਾਲ ਜੁੜੇ ਲਕਸ਼ਮੀ ਅਗਰਵਾਲ ਜੀ ਦੇ ਨਾਲ, ਉਹਦੀ ਸੰਸਥਾ ਦੇ ਵਿੱਚ ਕਿੰਨੇ ਕੁ ਇੱਦਾਂ ਦੇ ਕੇਸ ਨੇ ਜੋ ਕੁੜੀਆਂ ਨੇ, ਜੋ ਜਿਸ ਤਨ ਲਾਗੇ ਉਹੀ ਜਾਣੇ, ਕਿ ਜਿਹੜੇ ਨਾ ਫੇਸ ਉਹ ਖਰਾਬ ਕਰ ਦਿੰਦੇ ਨੇ, ਕਿ ਦਿਲਾਂ ਦੇ ਬਹੁਤ ਕਿੰਨੇ ਕੁ ਕੇਸ ਇੱਦਾਂ ਦੇ ਆਏ ਹੋਏ ਨੇ, ਕਿੱਦਾਂ ਦੇ ਤੁਸੀਂ ਦੇਖਿਆ, ਕਿੰਨੀ ਕੁ ਸੇਵਾ ਤੁਸੀਂ ਨਿਭਾ ਰਹੇ? ਜੀ ਦੇਖੋ, ਸਾਡੀ ਸੰਸਥਾ ਜੋ ਹੈ ਐਸਿਡ ਅਟੈਕ ਸਰਵਾਈਵਰਸ ਦੇ ਲਈ ਕੰਮ ਕਰੀਏ, ਡੋਰੀ ਵਿਕਟਿਮਸ ਦੇ ਲਈ ਕੰਮ ਕਰੀਏ, ਡੋਮੈਸਟਿਕ ਵਾਇਲੈਂਸ ਔਰ ਰੇਪ ਵਾਇਲੈਂਸ ਵਾਲੇ ਵਿਕਟਿਮਸ ਦੇ ਲਈ ਵੀ ਕੰਮ ਕਰੀਏ। ਸਾਡੇ ਕੋਲ ਇਸ ਟਾਈਮ ਤਕਰੀਬਨ 200 ਤੋਂ ਵੱਧ ਵੂਮੈਨ ਇੰਪਰੂਵ ਹੋ ਕੇ, ਜਿਨ੍ਹਾਂ ਨੂੰ ਅਸੀਂ ਰੀਹੈਬਲੀਟੇਟ ਕੀਤਾ, ਸਮਹਾਉ ਹੈਲਪ ਕੀਤੀ ਹੈ, ਉਹ ਹਰ ਤਰ੍ਹਾਂ ਦੇ ਵਾਇਲੈਂਸ ਦੇ ਵਿਕਟਿਮ ਸੀ। ਔਰ
ਜੋ ਐਸਿਡ ਅਟੈਕ ਵਿਕਟਿਮਸ ਨੇ ਸਪੈਸੀਫਿਕਲੀ ਤਕਰੀਬਨ 50 ਦੇ ਕਰੀਬ ਨੇ ਜਿਨ੍ਹਾਂ ਨੂੰ ਅਸੀਂ ਹੁਣ ਤੱਕ ਰੀਹੈਬਿਲਿਟੇਟ ਕਰ ਚੁੱਕੇ ਹਾਂ। ਥੈਂਕ ਯੂ ਮੈਮ। ਸੋ ਇਹ ਸੀ ਜੀ ਡਾਕਟਰ ਨਵਦੀਪ ਕੌਰ ਜੀ, ਜਿਨ੍ਹਾਂ ਨੇ ਆਪਣੀ ਇੱਕ ਬੁੱਕ ਲਿਖੀ ਹੈ ਜੋ ਤੇਜ਼ਾਬ ਤੋਂ ਪੀੜਿਤ ਔਰਤਾਂ ਨੇ ਉਹਨਾਂ ਨੂੰ ਇੱਕ ਬੁੱਕ ਲਿਖੀ ਹੈ ਇੱਦਾਂ ਦੀ ਕਿ ਜੋ ਸਮਾਜ ਦੇ ਵਿੱਚ ਇੱਕ ਨਵਾਂ ਚਾਨਣ ਲੈ ਕੇ ਆਏਗੀ। ਉਮੀਦ ਹੈ ਕਿ ਸਾਰਿਆਂ ਨੂੰ ਇਹ ਬੁੱਕ ਪਸੰਦ ਆਏ ਔਰ ਸਮਾਜ 'ਤੇ ਇੱਕ ਅਸਰ ਵੀ ਹੋਵੇ। ਸੋ ਮੈਨੂੰ ਦਿਓ ਇਜਾਜ਼ਤ। ਮੈਂ ਹਾਂ ਸੋਨੂ ਜਾਂਸਲਾ। ਪ੍ਰਵਾਸੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।